ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ, ਬੂਟੇ ਨੂੰ ਵੀ ਪੁੱਟਿਆ ਜਾ ਸਕਦਾ ਹੈ, ਪਰ ਹੁਣ ਫਲ ਬਣ ਗਏ। ਫਲ ਦਾ ਰੂਪ ਬਦਲਣਾ ਔਖਾ, ਫਲ ਬਣ ਗਿਆ। ਚਲੋ ਜ਼ਮੀਨ ਤੇ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਖਾਵੇਗਾ। ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਭੂਤ ਹੋਇਆ, ਆਪ ਬੀਜ ਆਪੇ ਹੀ ਖਾਇਆ, ਆਪ ਹੀ ਖਾਣਾ ਪੈਂਦਾ, ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਂਦਾ, ਮੇਰੀ ਔਲਾਦ ਨਹੀਂ ਖਾਂਦੀ। ਪਤੀ ਦਾ ਬੋਇਆ ਪਤੀ ਖਾਂਦਾ ਹੈ, ਪਤਨੀ ਦਾ ਬੋਇਆ ਪਤਨੀ ਖਾਂਦੀ ਹੈ। ਆਪ ਬੀਜ ਆਪੇ ਹੀ ਖਾਏ। ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ, ਫਲ ਕੋਈ ਖਾਂਦਾ ਪਿਆ। ਜੀਵਨ ਦੇ ਤੇ ਜਿਸਨੇ ਬੀਜਿਆ, ਆਪ ਬੀਜ ਆਪੇ ਹੀ ਖਾ। ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ। ਕਰਮ ਬੀਜ ਦੀ ਤਰ੍ਹਾਂ ਹੈ, ਸੰਸਕਾਰ ਬੂਟੇ ਦੀ ਤਰ੍ਹਾਂ ਹੈ, ਸੁਭਾਅ ਫਲ ਦੀ ਤਰ੍ਹਾਂ। ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ, ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਹੈ, ਕੋਈ ਵੀ। ਚਲੋ ਬੋ ਦਿੱਤਾ ਹੈ, ਬੂਟਾ ਬਣ ਗਿਆ, ਪੁੱਟਿਆ ਜਾ ਸਕਦਾ ਹੈ, ਕਟਿਆ ਜਾ ਸਕਦਾ, ਫਲ ਬਣ ਗਏ। ਹੁਣ ਇਹਦਾ ਕੋਈ ਰੂਪ ਰੰਗ ਮਿਟਾਣਾ ਔਖਾ ਹੈ ਤੇ ਖਾਣਾ ਪਏਗਾ। ਫਲ ਹੋ ਗਿਆ। ਫਲ ਨੂੰ ਸੁਭਾਅ ਕਹਿੰਦੇ ਨੇ। ਮੈਂ ਅਰਜ਼ ਕਰਾਂ, ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ, ਸ਼ੁਭ ਚਾਹੇ ਅਸ਼ੁਭ, ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨੇ। ਅਗਰ ਸ਼ੁਭ ਕਰਮ ਕਰਦਾ ਪਿਆ, 2-4 ਦਿਨ ਦੀ ਕਿਸੇ ਦੀ ਕੁਸੰਗਤ ਹੋਈ, ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏਗਾ, ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ, ਮੈਂ ਉਹ ਨਹੀਂ ਬੋਂਦਾ, ਮੈਂ ਹੋਰ ਬੋਣਾ ਚਾਹੁੰਦਾ। ਕਰਮ ਬਦਲੇ ਜਾ ਸਕਦੇ ਨੇ, ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ ਹੈ। ਜੋ ਮੈਂ ਮਨ ਕਰਕੇ ਬੋਲਿਆ, ਅੰਦਰ ਲਿਖਿਆ ਗਿਆ। ਜੋ ਮੈਂ ਮਨ ਕਰਕੇ ਕੀਤਾ ਹੈ, ਅੰਦਰ ਲਿਖਿਆ ਗਿਆ। ਉਹ ਲਿਖਿਆ ਗਿਆ ਸੰਸਕਾਰ ਹੈ। ਜੋ ਕੀਤਾ ਹੈ ਇਹ ਕਰਮ ਹੈ, ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ। ਅਬਦੀ ਗਿਆਤ ਲਈ ਅਰਜ਼ ਕਰਾਂ, ਸੰਸਕਾਰ ਕਿਸ ਦਾ ਬਣਦਾ ਹੈ? ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ? ਜਿਸ ਕਰਮ ਨੂੰ ਮਨ ਨਾਲ ਕਰੀਏ ਤਾਂ ਐਸਾ ਹੁੰਦਾ ਹੈ, ਤਨ ਕੋਈ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣੇਗਾ। ਪਰ ਮਨ ਵਿਚਾਰ ਕਰ ਰਿਹਾ ਹੈ, ਸੋਚ ਰਿਹਾ ਹੈ, ਮਾਨਸਿਕ ਕਰਮ ਚੱਲ ਰਿਹਾ ਹੈ, ਭਾਵੇਂ ਤਨ ਕ੍ਰਿਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ। ਥੋੜਾ ਜਿਹਾ ਧਿਆਨਪੂਰਵਕ ਸੁਣਨਾ। ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ। ਤਨ ਕੋਈ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਸ਼ਾਮਲ ਹੈ, ਸੰਸਕਾਰ ਬਣੇਗਾ। ਤਨ ਨਹੀਂ ਸ਼ਾਮਲ, ਮਨ ਕਰ ਰਿਹਾ ਹੈ, ਸੋਚ ਰਿਹਾ ਹੈ, ਚਿੰਤਨ ਕਰ ਰਿਹਾ ਹੈ, ਵਿਚਾਰ ਕਰ ਰਿਹਾ ਹੈ, ਸੰਸਕਾਰ ਬਣਨਗੇ। ਸੰਸਕਾਰ ਮਾਨਸਿਕ ਕਰਮ ਦੇ ਬਣਦੇ ਨੇ। ਉਸ ਮਾਨਸਿਕ ਕਰਮ ਦੇ ਵਿੱਚ ਭਾਵੇਂ ਤਨ ਸ਼ਾਮਲ ਹੋਵੇ, ਭਾਵੇਂ ਨਾ ਸ਼ਾਮਲ ਹੋਵੇ। ਜਦ ਤਨ ਨਾਲ ਸ਼ਾਮਲ ਹੁੰਦਾ ਹੈ ਤਾਂ ਕਰਮ ਕ੍ਰਿਤ ਬਣ ਜਾਂਦਾ ਹੈ। ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤਾਂ ਕਰਮ ਕਰਮ ਹੈ, ਕ੍ਰਿਤ ਨਹੀਂ ਬਣਿਆ, ਕ੍ਰਿਤ ਨਹੀਂ ਬਣਿਆ। ਸਮਾਜ ਕਾਨੂੰਨ ਮਨੁੱਖ ਦੀ ਕ੍ਰਿਤ ਨੂੰ ਵੇਖਦੀ ਹੈ, ਮਾਨਸਿਕ ਕਰਮ ਨੂੰ ਨਹੀਂ, ਦੇਖ ਵੀ ਨਹੀਂ ਸਕਦੀ। ਤੁਸੀਂ ਇੱਥੇ ਸੋਚਦੇ ਕੀ ਪਏ ਹੋ, ਮੈਨੂੰ ਕੀ ਪਤਾ। ਮੈਂ ਇੱਥੇ ਸਟੇਜ ਤੇ ਬੈਠਾ ਜਾਂ ਗੁਰਦੁਆਰੇ ਬੈਠੇ ਹੋਇਆ ਕੀ ਸੋਚ ਰਿਹਾ ਸੀ, ਤੁਹਾਨੂੰ ਕੀ ਪਤਾ।
ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ, ਕ੍ਰਿਤ ਤੱਕ ਪਹੁੰਚ ਹੈ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ, ਜਦ ਤਨ ਤੇ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ, ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਪਿਆ, ਇਹਦੀ ਕ੍ਰਿਤ ਕੀ। ਐਸਾ ਵੀ ਹੋ ਸਕਦਾ ਹੈ ਕ੍ਰਿਤ ਬੜੀ ਚੰਗੀ ਕਰ ਰਿਹਾ ਹੈ, ਉਸ ਵਿੱਚ ਮਨ ਨਹੀਂ ਹੈ, ਮਨ ਇਨਕਾਰੀ ਹੈ। ਤੇ ਜੇ ਮਨ ਇਨਕਾਰੀ ਹੈ ਤੇ ਫਿਰ ਚੰਗੀ ਕ੍ਰਿਤ ਕਿਉਂ ਕਰ ਰਿਹਾ? ਸਮਾਜ ਲਈ ਕਰ ਰਿਹਾ। ਸਮਾਜ ਚੰਗਾ ਚੰਗਾ ਆਖੇਗਾ, ਲੋਕੀ ਚੰਗਾ ਚੰਗਾ ਆਖਣਗੇ। ਸਮਾਜ ਦੇ ਚ ਰਹਿਣਾ ਹੈ ਤਾਂ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ। ਬੜੇ ਧਿਆਨ ਨਾਲ ਸੁਣਨਾ, ਦੁਨੀਆ ਭਰ ਦੇ ਆਤਮਦਰਸ਼ੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਅਕਸਰ ਦੇਖਿਆ ਗਿਆ ਪਰਮਾਤਮਾ ਦੀ ਨਜ਼ਰਾਂ 'ਚ ਬੁਰਾ ਹੀ ਆਉਂਦਾ ਹੈ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ, ਤੂੰ ਦੁਨੀਆ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇ ਤੇ ਪ੍ਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇ। ਇਸ ਨਾਲੋਂ ਇਹ ਬਿਹਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇ, ਪ੍ਰਭੂ ਦੀ ਨਿਗਾਹ ਵਿੱਚ ਚੰਗਾ ਹੋਵੇ। ਇਸ ਨੂੰ ਚੁਣ। ਮਨੁੱਖ ਦੀ ਤੇ ਸਾਰੀ ਕੋਸ਼ਿਸ਼ ਹੀ ਹੈ ਸਮਾਜ ਚੰਗਾ ਰਹਿਣਾ, ਜੋ ਸਮਾਜ ਦੇ ਚ ਹੈ। ਤੇ ਸਮਾਜ ਤਤ ਛਿਨ ਫੈਸਲਾ ਕਰਦਾ ਹੈ, ਰਹਿਣਾ ਸਮਾਜ ਦੇ ਚ। ਕਰਮ ਜਦ ਕ੍ਰਿਤ ਬਣਦਾ ਹੈ, ਉਹਨੂੰ ਸਮਾਜ ਦੇਖਦਾ ਹੈ। ਹੱਥਾਂ ਦੁਆਰਾ ਕ੍ਰਿਤ ਪ੍ਰਗਟ ਹੋਈ, ਜ਼ਬਾਨ ਦੁਆਰਾ ਬੋਲਣਾ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਹੋਇਆ, ਲੋਕੀ ਦੇਖਦੇ। ਪਰ ਮਨ ਕੀ ਬੋਲਦਾ ਪਿਆ ਅੰਦਰ, ਸਮਾਜ ਨਹੀਂ ਦੇਖਦਾ, ਦੇਖ ਵੀ ਨਹੀਂ ਸਕਦਾ। ਮਨ ਕੀ ਸੋਚ ਰਿਹਾ, ਕਾਨੂੰਨ ਦੇਖ ਵੀ ਨਹੀਂ ਸਕਦਾ, ਸਮਾਜ ਦੇਖ ਵੀ ਨਹੀਂ ਸਕਦਾ। ਐਸਾ ਵੀ ਹੋ ਸਕਦਾ ਹੈ ਤਨ ਸ਼ੁਭ ਕ੍ਰਿਤ ਕਰ ਰਿਹਾ ਹੈ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣਨਗੇ। ਇਸ ਸ਼ੁਭ ਕ੍ਰਿਤ ਦੇ ਅੰਦਰ ਸੰਸਕਾਰ ਨਹੀਂ ਬਣ, ਇਹ ਲਿਖਿਆ ਹੀ ਨਹੀਂ ਜਾਏਗਾ। ਭਾਵੇਂ ਦਾਨ ਕਰ ਰਿਹਾ ਹੈ, ਪੁੰਨ ਕਰ ਰਿਹਾ ਹੈ, ਬਾਣੀ ਪੜ੍ਹ ਰਿਹਾ ਹੈ, ਸੇਵਾ ਕਰ ਰਿਹਾ ਹੈ, ਮਨ ਨਹੀਂ ਹੈ ਵਿੱਚ, ਇਹਦੇ ਸੰਸਕਾਰ ਨਹੀਂ ਬਣਨਗੇ। ਹੋਰ ਸੁਣ ਲਓ, ਕੁਝ ਬੁਰਾ ਕੀਤਾ ਹੈ, ਉਸ ਵਿੱਚ ਮਨ ਨਹੀਂ ਸੀ, ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਹੋ ਗਿਆ ਬੁਰਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਅਰਮਾਨ। ਬੋਲਿਆ ਬੁਰਾ ਹੈ, ਪਰਮਾਤਮਾ ਦੀ ਨਿਗਾਹ 'ਚ ਖਰਾ ਹੈ, ਸਮਾਜ ਦੀ ਨਿਗਾਹ 'ਚ ਖੋਟਾ ਹੈ। ਬੁਰਾ ਜੋ ਬੋਲਿਆ, ਭੈੜਾ ਜੋ ਬੋਲਿਆ, ਪਰ ਭੈੜੀ ਜ਼ਬਾਨ ਬੋਲ ਗਈ ਹੈ ਉਸਦੀ, ਉਸ ਵਿੱਚ ਉਸਦਾ ਮਨ ਨਹੀਂ ਸੀ, ਪਛਤਾਪ ਕਰ ਰਿਹਾ ਹੈ। ਵੀ ਖਰੇ ਹਰ ਬਾਣੇ। ਕਈ ਦਫਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ 'ਚ ਖੋਟਾ ਹੁੰਦਾ ਹੈ, ਪ੍ਰਭੂ ਦੀ ਨਿਗਾਹ 'ਚ ਖਰਾ ਹੁੰਦਾ ਹੈ, ਔਰ ਕਈ ਦਫਾ ਸਮਾਜ ਦੀ ਨਿਗਾਹ ਦੇ 'ਚ ਖਰਾ ਹੁੰਦਾ ਹੈ, ਗੁਰੂ ਦੀ ਨਿਗਾਹ 'ਚ ਬਿਲਕੁਲ ਖੋਟਾ ਹੁੰਦਾ ਹੈ, ਖੋਟਾ ਹੁੰਦਾ ਹੈ। ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ, ਬਿਹਤਰ ਹੈ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ, ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ, ਬਿਹਤਰ ਹੈ। ਇਹ ਚੁਣਾਵ ਕਰ। ਇਸ ਚੁਣਾਵ ਵਾਸਤੇ ਬੜੀ ਹਿੰਮਤ ਚਾਹੀਦੀ ਹੈ। ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਬ ਕੋ ਲੋਗਨ ਕੋ ਪਤੇ ਆਵੇ, ਕਬ ਕੋ ਲੋਗਨ ਕੋ ਪਤੇ ਆਵੇ, ਲੋਕ ਪਤੀਣੇ ਨਾ ਪਤ ਹੋਏ। ਜਨ ਨਾਨਕ ਹਿਰਦੇ ਸਦ ਧਿਆਓ, ਤਾਂ ਜੈ ਜੈ ਕਰੇ ਸਭ ਕੋ। ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚੱਲੇ ਆ? ਕਦੀ ਬਗੌਰ ਮੁਤਾਲਾ ਕਰੋਗੇ
और ये आंकड़े सही ने। 99% मनुख जो कुछ करते ने समाज ਨੂੰ खुश ਕਰਨ वास्ते, समाज की निगाह 'ਚ खरा बनन वास्ते। और जितना समाज की निगाह 'ਚ खरा होने की कोशिश करते हैं उतना ही गुरु की निगाह 'ਚ खोटे होंदे ने। ये कोई प्रमाण नहीं है कि जो समाज की निगाह 'ਚ चंगा है वह परमात्मा की निगाह 'ਚ भी चंगा होगा। ये कोई सबूत नहीं है, ये कोई प्रमाण नहीं है। इतनी मैं अर्ज करते हैं। और ये भी कोई प्रमाण नहीं जो समाज की निगाह 'ਚ खोटा है वह परमात्मा की निगाह 'ਚ भी खोटा होगा। ये कोई प्रमाण नहीं। ये तो परमात्मा का फैसला है। जो कर्म मन नाल कीता जाता है उसे दे संस्कार बनते हैं, दूजे दे नहीं बनते ही नहीं। करीबन करीबन जद भी कोई मनुख बुरा करता है उस विच मन पूरा होता है। क्यों? सावधानी चाहिए, मन पूरा चाहिए। समाज देखे ना, कानून देखे ना, पकड़ा जावांगा। हर बुरे कर्म विच मनुख की सावधानी पूरी होती है। चोर पूरा सावधान होता है चोरी करन लगे। कातल पूरा सावधान होता है कतल करन लगे। पकड़िया गया तो फांसी, उम्र भर की जेल। पूरा सावधान होता है, बड़ा सावधान होता है। बेईमानी करन विच, ठगी करन विच मनुख की सावधानी पूरी होती है। वाहिगुरु वाहिगुरु जपदा पे कोई सावधानी नहीं। कीर्तन सुनदा पे सावधानी कोई नहीं। तो चोरी दे संस्कार बन जाते हैं, कीर्तन दे नहीं बनते। बेईमानी दे संस्कार बन जाते हैं, वाहिगुरु वाहिगुरु आखण दे संस्कार नहीं बनते। क्यों? उस विच मन नहीं सी, सावधानी ही नहीं सी। गुरु तेग बहादुर साहब जी महाराज कहते हैं, मन कर कभू ना हर गुण गायो। गांदा पे, पाठ करदा पे, मन तो उस विच है नहीं, संस्कार नहीं बननगे। मन कर कभू ना हर गुण गायो, बिखया सख्त रहो निसबासर, कीनो अपनो पायो। मन उसे ही कर्म दे चाहुंदा है जिस चो प्रभावित है। मन उसे ही कर्म में चाहुंदा है जिस चो लाभ है। अगर बुरे कर्म दे च लाभ है तो मनुख बुरा करेगा। अगर पता चल जाए शुभ कर्म दे च लाभ है तो करेगा। मनोरथ लाभ है, और लाभ भी सिर्फ दुनियावी, कोई आध्यात्मिक नहीं, कोई परमात्मा नहीं। दुनियावी लाभ है तो शुभ कर दें, नहीं तो नहीं करते। अगर अशुभ करके भी दुनियावी लाभ हो सकता है तो कर दें, करना है। मूल ते लाभ की गल है।